ਸਲਾਮੁਅਲੈकुम मैं ਮੁਅੱਜ਼ਮ ਜੱਟ ਤੇ ਜਨਾਬ ਅਸੀਂ ਅੱਜ ਪਹੁੰਚੇ ਹਾਂ ਪਿੰਡ ਦੇ ਵਿੱਚ ਜਿੱਥੇ ਕਿ ਤਕਰੀਬਨ ਕੋ 80 ਤੋਂ 90 ਸਾਲ ਦਾ ਬਾਬਾ ਔਰ ਜਿਹੜੀ ਮਾਂ ਜੀ ਸਾਡੇ ਨੇ ਉਹ ਨੇ ਔਰ ਉਹਨਾਂ ਦਾ ਤੁਸੀਂ ਘਰ ਵੇਖ ਸਕਦੇ ਜੀ ਮਤਲਬ ਕਿੱਦਾਂ ਦੁਆਰਾਂ ਟੁੱਟੀਆਂ ਪਈਆਂ ਵਾ ਕੋਈ ਸਹਾਰਾ ਨਹੀਂ ਮਤਲਬ ਦੇਖੋ ਲੱਕੜਾਂ ਲਗਾ ਕੇ ਲਾਇਆ ਹੋਇਆ ਵਾ ਕਿਉਂਕਿ ਇਹਨਾਂ ਦਾ ਕੋਈ ਸਹਾਰਾ ਨਹੀਂ ਹੈ ਜਿਹਦੀ ਵਜ੍ਹਾ ਤੋਂ ਆਪਣੇ ਘਰ ਦਾ ਕੋਈ ਨਿਜ਼ਾਮ ਚਲਾ ਸਕਣ। ਤੇ ਜਨਾਬ ਅਸੀਂ ਇਹਨਾਂ ਦੇ ਕਿਉਂਕਿ ਵੀਡੀਓ ਲਗਾਈ ਸੀ ਵੀਡੀਓ ਦੇ ਥਰੂ ਅਸੀਂ ਕਿਹਾ ਕਿਉਂਕਿ ਅਸੀਂ ਇਹਨਾਂ ਦੇ ਘਰ ਜਾਂਦੇ ਇਹਨਾਂ ਦੇ ਘਰ ਜਾ ਕੇ ਅਸੀਂ ਪਤਾ ਦੇਖ ਕੇ ਆਉਂਦੇ ਹਾਂ ਕੀ ਹਾਲਾਤ ਵਾਕਿਆ ਤਾਂ। ਤੇ ਜਨਾਬ ਆਓ ਅਸੀਂ ਘਰ ਪਹੁੰਚਦੇ ਹਾਂ ਘਰ ਜਾ ਕੇ ਉਹਨਾਂ ਦੇ ਵੇਖ ਕੇ ਤੇ ਤੁਸੀਂ ਆਹ ਦੇਖ ਸਕਦੇ ਜੇ ਘਰ ਤੇ ਮਤਲਬ ਕਿਸ ਤਰ੍ਹਾਂ ਘਰ ਵਾ ਘਰ ਦੇ ਵਿੱਚ ਰਹਿਣ ਸਹਿਣ ਤੁਸੀਂ ਦੇਖੋ ਕਿੱਦਾਂ ਵਾ ਔਰ ਕਿਸ ਤਰ੍ਹਾਂ ਮਤਲਬ ਹਾਲਾਤ ਹੋਏ ਪਏ ਨੇ। घर ਦੇ ਵਿੱਚ 3 ਅਫਰਾਦ ਨੇ ਇਸ ਟਾਈਮ ਜਿਨ੍ਹਾਂ ਦੀ ਉਮਰ ਤਕਰੀਬਨ ਕਿਸੇ ਦੀ 90 ਸਾਲ ਹੈ ਕਿਸੇ ਦੀ 80 ਸਾਲ ਹੈ ਤੇ ਬਾਬੇ ਹੋਰਾਂ ਦੀ 70 ਸਾਲ ਤਕਰੀਬਨ ਕੋਈ ਉਮਰ ਇਹ ਨਹੀਂ 70 ਤੋਂ ਵੀ ਅਬਵਾਬ ਵੀ ਹੋ ਸਕਦੀ ਹੈ। ਬਹਰਹਾਲ ਅਸੀਂ ਜਾ ਕੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਜਾ ਕੇ ਪੁੱਛਦੇ ਹਾਂ ਕੀ ਕਹਿੰਦੇ ਨੇ ਤੇ ਜਾ ਕੇ ਉਹਨਾਂ ਨੂੰ ਮਿਲਦੇ ਹੈਗੇ ਆ ਤੇ ਆ ਜਾਓ ਤੁਸੀਂ ਕਰ अस्सलाम वालेकुम बाबा जी की हाल चाल बाबा जी खैर ठीक हो उसकी सुनाई बाबे कोने दी जनाब बाज सुनने आ तुसी पहले अगली गल करो बाबा जी की हाल चाल है शुक्र है ओदी जात दा ठीक ठाक हो अल्लाह दी रहमत बाबा जी कितनी उम्र होगी अपनी उम्र दा मैं तेनू तगादा जेड़ा अनपढ़ बंदा स्कूल मैं कोई नहीं गया होया। अच्छा मैं होंदे ना स्कूल सही सही और दे विच उस मैं नहीं गया होया। अच्छा अंताजा मैं ना के 100 दे किराए 100 ਸਾਲ ਲਾ ਹੋਣ ਵਾਲੀ ਉਮਰ ਤੁਹਾਡੀ ਹਾਂ ਠੀਕ ਹੈ। ਅੱਛਾ ਤੇ ਬਾਬਾ ਜੀ ਘਰ ਦਾ ਨਿਜ਼ਾਮ ਕਿਵੇਂ ਚੱਲਦਾ ਹੈ ਮਤਲਬ ਕਿਵੇਂ ਗੁਜ਼ਾਰਾ ਕਰਦੇ ਹੋ ਅੱਲਾਹ ਤਾਲਾ ਦਾ ਨਬੀ ਦਿੰਦਾ ਹੈ ਜੋ ਲਿਖਿਆ। ਅੱਛਾ ਅਸੀਂ ਇਹਨਾਂ ਕੋਲੋਂ ਸਾਡਾ ਦਾਦਾ ਵੀ ਥਾਂ ਅੱਡਿਆ ਇਹ ਸੱਤ ਦੇ ਵਿੱਚ ਅੱਛਾ ਸਾਡਾ ਪਿਓ ਵੀ ਸਾਂ ਅੱਡਿਆ ਹੈ ਅੱਛਾ ਇਸੇ ਹੱਥ ਦੇ ਵਿੱਚ ਸਹੀ ਹੈ। ਅੱਗੋਂ ਅਸਾਂ ਵੀ ਜਿਹੜੇ ਆ ਜੀ ਅਸੀਂ ਵੀ ਥਾਈ ਗੁਜ਼ਾਰੀ ਬੈਠੇ ਹਾਂ। ਇਬਤਦਾ ਸਾਡੀ ਇਹ ਟੋਪੇ ਦੇ ਟੋਪਾ ਲੈਂਦੇ ਅਸੀਂ ਖਲਵਾਰ ਦਾ ਸਹੀ ਹੈ। ਉਹ ਸਾਨੂੰ ਜਿਹੜੀ ਆਏ ਨਾ ਉਹ ਲੱਭ ਜਾਂਦੀ ਆਏ ਮੁੜ ਅੱਗਾ ਮਿਹਨਤਾਂ ਵੀ ਵੱਧਦੀਆਂ ਆਈਆਂ ਤੇ ਜੀ ਵੀ ਵੱਧਦੇ ਆ। ਬਿਲਕੁਲ ਬਿਲਕੁਲ। ਹੁਣ ਤੁਸੀਂ ਘਰ ਦੇ ਵਿੱਚ ਕਿੰਨੇ ਮਤਲਬ ਅਫਰਾਦ ਹੋ ਅਸੀਂ ਹਾਂ ਤਰੇ ਤਾਂ ਮੇਰੀਆਂ ਭੈਣਾਂ। ਅੱਛਾ ਠੀਕ ਹੈ। ਇਹ ਬੇ ਔਲਾਦ ਹੈ ਠੀਕ ਹੈ ਠੀਕ ਹੈ। ਤੇ ਅੱਗੋਂ ਸਮਝੇ ਉਹ ਹਾਲੇ ਮੁੜੋ ਟੋਪਾ ਜਿਹੜਾ ਹੈ ਨਾ ਉਹ ਢਿੰਦਾ ਪਿਆ। ਅੱਛਾ ਉਹ ਅਸੀਂ ਲੈਨੇ ਆ ਤੈਨੂੰ ਰਜੋਕਿਆਂ ਦੀ ਪੀੜੀ ਲਿਖ ਕੇ ਦੇਣਾ ਉਹ ਵੀ ਲੈ ਜਾਵੇ ਤਾਂ ਤੈਨੂੰ ਲੋੜ ਹੋ ਵੀ ਸ਼ੱਕ ਲਾ ਜਾ। ਅੱਛਾ ਨਹੀਂ ਯਾਦ ਜਿਹੜੀ ਹੈ। ਅੱਛਾ ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜਾ ਤੁਸੀਂ ਆ ਮਤਲਬ ਘਰ ਦੇ ਵਿੱਚ ਰੋਟੀ ਖਾਂਦੇ ਹੋ ਇਹ ਪੈਸੇ ਪੂਸੇ ਕਿਦੋਂ ਆਉਂਦੇ ਨੇ ਕਿਵੇਂ ਤੁਹਾਡੇ ਹਾਲਾਤ ਮਤਲਬ ਕਿਵੇਂ ਚੱਲਦਾ ਉਹ ਦਿੰਦਾ ਹੈ ਅੱਲਾ ਦਿੰਦਾ ਹੈ। ਅੱਲਾ ਦਿੰਦਾ ਹੈ। ਅੱਛਾ ਤੁਸੀਂ ਕੋਈ ਕੰਮ ਕਰਦੇ ਕਿ ਕੁਝ ਨਹੀਂ ਬਾ ਕੋਈ ਇਹਨਾਂ ਨੇ ਫੌਤਗੀ ਹੋ ਗਈ ਕੋਈ ਉਦੋਂ ਲੱਭ ਗਿਆ। ਅੱਛਾ ਕੋਈ ਸ਼ਾਦੀ ਹੋ ਗਈ ਉਦੋਂ ਲੱਭ ਗਿਆ। ਅੱਛਾ ਇਹ ਤਰੀਕਾ ਕਾਰ ਹੈ। ਹਾਂ ਤੁਸੀਂ ਦੇਖ ਸਕਦੇ ਕਿ ਤਕਰੀਬਨ ਕੋਈ 100 ਦੇ ਕਰੀਬ ਜਾਂ 100 ਦੇ ਉੱਪਰ ਹੀ ਉਮਰ ਹੋਣੀ ਹੈ ਬਾਬੇ ਉਹਨਾਂ ਦੀ ਔਰ ਜਿਨ੍ਹਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਅਸੀਂ ਪਹੁੰਚੇ ਸੀਗੇ ਕਿਉਂਕਿ ਕੁਝ ਲੋਕਾਂ ਨੇ ਸਾਨੂੰ ਕਿਹਾ ਸੀਗਾ ਕਿ ਤੁਸੀਂ ਉਹਨਾਂ ਨੂੰ ਜਾ ਕੇ ਫੈਮਿਲੀ ਨੂੰ ਮਿਲ ਕੇ ਆਓ ਤੇ ਅਸੀਂ ਮਿਲਣ ਵਾਸਤੇ ਆਏ ਸੀ ਔਰ ਇੱਥੇ ਆ ਕੇ ਪਹੁੰਚੇ ਤੇ ਤੁਸੀਂ ਦੇਖ ਰਹੇ ਜੇ ਮਤਲਬ ਘਰ ਦੇ ਹਾਲਾਤ ਕਿਸ ਤਰ੍ਹਾਂ ਰਹਿਣ ਸਹਿਣ ਨੇ ਕਿਸ ਤਰ੍ਹਾਂ ਮਤਲਬ ਹਾਲਾਤ ਹੋਏ ਪਏ ਨੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ। ਤੇ ਬਾਬਾ ਜੀ ਮਤਲਬ ਘਰ ਦਾ ਖਰਚਾ ਮਹੀਨੇ ਦਾ ਕਿੰਨਾ ਕੁ ਹੋ ਜਾਂਦਾ ਮਤਲਬ ਰੋਟੀ ਦਾ ਕਿਤਨਾ ਬਿਜਲੀ ਲੱਗੀ ਹੋਈ ਹੈ? ਹਾਂ ਬਿਜਲੀ ਹੈ। ਬਿੱਲ ਬੁੱਲ ਕਿੰਨਾ ਕੁ ਆ ਜਾਂਦਾ ਹੈ? ਬਿੱਲ ਆਉਂਦਾ ਹੈ ਹਾਂ ਜਿਹੜਾ ਉਨਾਲਾ ਹੈ ਨਾ ਹਾਂ ਇਹਦੇ ਵਿੱਚ 2 ਵਾਰੀ 2000 ਆ ਜਾਵੇ 3 ਵਾਰੀ 2000 ਆ ਜਾਵੇ ਤੇ ਉਹ ਇਤਨਾ ਬਿੱਲ ਕੌਣ ਦਿੰਦਾ? ਉਹ ਅੱਲਾ ਦਿੰਦਾ ਤੁਹਾਨੂੰ ਉਸ ਤਰੀਕੇ ਨਾਲ ਆ ਗਿਆ ਦੇ ਛੱਡਿਆ। ਅੱਛਾ ਸਹੀ ਮੈਂ ਕਿਨੂੰ ਕੋਈ ਸ਼ਾਦੀ ਜਲ ਗਈ ਹਾਂ ਉਦੋਂ ਦੇ ਗਿਆ ਕੋਈ ਜਮਣਾ ਹੋ ਗਿਆ ਤਾਂ ਉਸ ਤੋਂ ਕੋਈ ਜਲ ਗਿਆ। ਅੱਛਾ ਸਾਡਾ ਤਰੀਕਾ ਕਾਰ ਜੋ ਮਿਰਾਸੀਆਂ ਪਿੰਡ ਨਹੀਂ ਆਏ ਨਾ। ਅੱਛਾ ਸਹੀ ਜਿਹੜੀ ਗੱਲ ਹੋਵੇ ਨਾ ਹਾਂਜੀ ਨੇ ਬਿਲਕੁਲ ਇਹ ਤੁਸੀਂ ਜਨਾਬ ਅਸੀਂ ਸੁਣ ਰਹੇ ਕਿ ਬਾਬੇ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋਏ ਨੇ ਕਿ ਤੁਸੀਂ ਵੇਖੋ ਕਿ ਮਤਲਬ ਟੁੱਟਾ ਪੁੱਜਾ ਘਰ ਬਾਕੀ ਲੇਕਿਨ ਅੱਲਾਹ ਤਾਲਾ ਦੇਣ ਵਾਲਾ ਵਾ ਕਿਉਂਕਿ ਉਹਨਾਂ ਦਾ ਕੋਈ ਸਹਾਰਾ ਨਹੀਂ ਹੈ। ਮਤਲਬ ਬਾਬਾ ਜੀ ਤੁਹਾਡੇ ਕੋਲ ਬੱਚੇ ਵੀ ਹਨ ਕੋਈ ਨਹੀਂ ਨਾ ਇਹ 3 ਬੱਚੀਆਂ ਹੀ ਭੈਣਾਂ ਮੇਰੀਆਂ ਬੱਚੀਆਂ ਆਈਆਂ ਤੇ ਸਾਰਾ ਕੁਝ ਮੇਰਾ। ਤੇ ਜਿਹੜੀ ਤੁਹਾਡੀ ਬੀਵੀ ਹੈ ਕਿ ਕੋਈ ਨਹੀਂ? ਨਾ ਉਹ ਮਰ ਮੁਰ ਗਈ। ਮਤਲਬ ਹੁਣ ਤੁਸੀਂ ਤਰਾਵੇ ਘਰ ਚ ਰਹਿੰਦੇ ਹੋ? 4 ਅਸੀਂ ਆ ਚੌਥਾ ਬਣਿਆ ਵੀ ਹੈ। ਅੱਛਾ ਉਹ ਕਿੱਥੇ ਗਿਆ ਹੈ?
ਉਹਦੇ ਸ਼ਾਦੀ ਉਹਦੇ ਅੱਛਾ, ਮਤਲਬ ਕਿ ਇਹ 3 ਲੋਕ ਨੇ, ਇਹ ਤੇ ਇੱਕ ਛੋਟਾ ਇੱਕ ਹੋਰ ਬੱਚਾ ਹੈਗਾ ਵਾ ਜਿਹੜਾ ਰਹਿੰਦਾ ਇਹਨਾਂ ਦੇ ਘਰ ਦੇ ਵਿੱਚ। ਤੇ ਤੁਸੀਂ ਦੇਖੋ ਕਿ ਹਾਲਾਤ ਕਿਦਾਂ ਦੇ ਹੈਗੇ ਆ। ਤੇ ਨਾਲ ਮਾਂ ਜੀ ਵੀ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਪੁੱਛਦੇ ਹਾਂ ਕਿ ਉਹ ਇਸ ਬਾਰੇ ਕੀ ਕਹਿੰਦੇ, ਕਿਵੇਂ ਜ਼ਿੰਦਗੀ ਗੁਜ਼ਾਰਦੇ ਆ। ਤੇ ਆਓ ਮਾਂ ਹੋਰਾਂ ਦੇ ਕੋਲ ਚੱਲਦੇ ਹਾਂ, ਉਹਨਾਂ ਨੇ ਜਾ ਕੇ ਪੁੱਛਦੇ ਹਾਂ ਕੀ ਕਹਿੰਦੇ ਨੇ। ਇੱਕ ਮਿੰਟ ਤੁਹਾਡੇ ਕੋਲ ਆ ਜੰਨੇ ਆਂਗੇ। ਮਾਂ ਜੀ ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ ਮਾਂ ਜੀ? ठीक ठाक हो? हाँ ठीक ठाक हाँ, किसी बीमार हो गया, अच्छा किसी भूल गया। अच्छा, हाँ ये बीमारी केड़ी ले की बीमारी है की होया तन्नू? अंदर ताप होंदा है, कमजोर हो गया। अच्छा, हाँ ते कोई मतलब किदू मतलब पैसे पूसे होंदे ने दवाई वास्ते? अयो आ डॉक्टर आए इत्थे भी, अच्छा उन्ना को कोई कई दवाई शवाई ला ले। अच्छा, हाँ तो होर तो जाता मतलब होर कोई सहारा नहीं हैगा? ਅੱਲਾ ਤੋਂ ਬਾਅਦ ਹੋਰ ਸਾਰਾ ਕੋਈ ਨਾ। अच्छा अच्छा अच्छा। ਲੋ ਜਨਾਬ, ਤੁਸੀਂ ਦੇਖਦੇ ਪਏ ਜੇ ਘਰ ਦੇ ਹਾਲਾਤ ਵੀ ਔਰ ਇਹਨਾਂ ਮਾਵਾਂ ਭੈਣਾਂ ਦੇ ਹਾਲਾਤ ਵੀ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਵੇਂ ਇਹਨਾਂ ਦੇ ਮਤਲਬ ਹਾਲਾਤ ਹੋਏ ਪਏ ਨੇ। ਅੱਲਾਹ ਪਾਕ ਬਿਹਤਰ ਕਰਨ ਵਾਲਾ ਵਾ, ਅੱਲਾਹ ਪਾਕ ਇਹਨਾਂ ਨੂੰ ਸਿਹਤ ਤੰਦਰੁਸਤ ਫਰਮਾਵੇ। ਸਾਡੀ ਦੁਆ ਇਹਨਾਂ ਵਾਸਤੇ ਆ। ਤੇ ਅਸੀਂ ਇਸ ਵਾਸਤੇ ਇਹਨਾਂ ਕੋਲ ਪਹੁੰਚੇ ਸੀ ਕਿ ਅਸੀਂ ਚਲੋ ਜੋ ਹੋ ਸਕੇ, ਜੋ ਅਸੀਂ ਖਿਦਮਤ ਕਰ ਸਕੀਏ ਅਸੀਂ ਕਰੀਏ, ਕਿਉਂਕਿ ਅੱਲਾਹ ਤਾਲਾ ਬਿਹਤਰ ਕਰਨ ਵਾਲਾ, ਅੱਲਾਹ ਤਾਲਾ ਸਭ ਨੂੰ ਸਿਹਤ ਤੰਦਰੁਸਤੀ ਫਰਮਾਵੇ। ਤੇ ਅਸੀਂ ਇਹਨਾਂ ਕੋਲ ਆਏ ਸੀ। ਅਸੀਂ ਇਹਨਾਂ ਕੋਲ ਆ ਕੇ ਅਸੀਂ ਦੇਖਿਆ ਘਰ ਦੇ ਹਾਲਾਤ ਔਰ ਅਸੀਂ ਮਤਲਬ ਕਿਹਾ ਕਿ ਇਹਨਾਂ ਕੋਲ ਜਾਈਏ, ਇਹਨਾਂ ਨਾਲ ਗੱਲਬਾਤ ਕਰੀਏ, ਕਿਉਂਕਿ ਅਸੀਂ ਇਹਨਾਂ ਦਾ ਕੋਈ ਸਹਾਰਾ ਬਣੀਏ। ਤੇ ਇਸ ਵਕਤ ਅਸੀਂ ਪਹੁੰਚੇ ਇਹਨਾਂ ਦੇ ਘਰ ਦੇ ਵਿੱਚ ਤੇ ਇਹਨਾਂ ਦੀ ਕੋਈ ਸੀ ਮਤਲਬ ਜੋ ਹੋ ਸਕੇ ਅਸੀਂ ਹਸਬਤ ਫਿਕ ਅਸੀਂ ਕਰਦੇ ਹਾਂ। ਤੇ ਬਾਕੀ ਅੱਲਾਹ ਪਾਕ ਬਿਹਤਰ ਕਰਨ ਵਾਲਾ ਵਾ। ਤੇ ਅਸੀਂ ਫਿਲਹਾਲ ਪਹੁੰਚੇ ਹਾਂ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕੁਝ ਖਿਦਮਤ ਕਰਦੇ ਹਾਂ, ਇਹਨਾਂ ਦੀ ਖਿਦਮਤ ਕਰਕੇ ਤੇ ਫਿਰ ਲੇਕਿਨ ਜੋ ਬਾਕੀ ਹੋ ਸਕਿਆ ਉਹ ਅਸੀਂ ਕਰਾਂਗੇ। ਤੇ ਜਿਹੜੀ ਖਿਦਮਤ ਤੇ ਕਿਉਂਕਿ ਘਰ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੈ ਕਿ ਮਤਲਬ ਸਾਰੇ ਬਜ਼ੁਰਗ ਆ ਔਰ ਗੱਲ ਕਰਨਾ ਬੜਾ ਮੁਸ਼ਕਿਲ ਹੈਗਾ ਵਾ ਇਸ ਵਾਸਤੇ। ਤੇ ਨੁਮਾਨ ਮੇਰਾ ਪਰਸ ਦੇ ਤੇ ਅਸੀਂ ਬਾਬੇ ਹੋਣਾ। ਹਾਂਜੀ ਬਾਬਾ ਜੀ ਕੀ ਆਖਦੇ ਪਏ ਸੀ ਤੁਸੀਂ? ਸਾਨੂੰ ਜਿਹੜੇ ਰਜੋਕੇ ਆ ਹਾਂ ਹਾਂ ਇਹਨਾਂ ਦੀ ਪੀੜੀ ਤੁਹਾਨੂੰ ਲਿਖਦੇ ਵੀ ਏ, ਹਾਂ ਉਹ ਤੁਸੀਂ ਲਿਖਣੀ ਹੈ, ਅੱਛਾ ਇਹਨੂੰ ਮੈਂ ਪੜ੍ਹਨੀ ਹੈ। ਹੈ ਨਾ? ਨਹੀਂ ਇਹ ਸਾਨੂੰ ਦੱਸੋ ਨਾ ਕਿ 1947 ਤੋਂ ਪਹਿਲੇ ਤੇ ਕੀ ਆ ਖੱਤਰੀ ਰਹਿੰਦੇ ਹਨ, ਕਿਹੜੇ ਖੱਤਰੀ ਰਹਿੰਦੇ ਆ। ਅੱਛਾ ਖੱਤਰੀ ਜਿਹੜੇ ਆਨ ਨਾ ਇੱਥੇ ਥੋੜੇ ਘਰ ਆ, ਅੱਛਾ ਉਹਨਾਂ ਦੀ ਇੱਥੇ ਸਮਝ ਦੁਕਾਨਦਾਰੀ ਹੈ, ਹੋਰ ਉਹਨਾਂ ਦਾ ਜ਼ਿਮੀਦਾਰ ਆ ਜਾਂ ਕੋਈ ਉਹਨਾਂ ਦਾ ਕੋਈ ਨਾ ਦੁਕਾਨਦਾਰੀ ਹੈ। ਸਹੀ ਸਹੀ ਉਹ ਮੋਂ ਸੇ ਫੁੱਟੀਆਂ ਹੁੰਦੀਆਂ, ਉਹ ਲੈ ਜਾਵੇਂ ਨਾ ਲਾਚੀਆਂ ਦੀਆਂ ਡਾਚੀਆਂ ਵੀ ਲਿਖ ਲੈਂਦੇ ਆ। ਸਹੀ ਲਾਚੀ ਲੈ ਗਏ ਨਾ ਤੇ ਉਹਨਾਂ ਨਾਲ ਲਿਖ ਛੱਡਿਆ ਬਈ ਤੂੰ ਡਾਚੀ ਵਾਸਤੇ ਲੈ ਗਿਆ। ਅੱਛਾ ਹਿੰਦੀ ਪੜ੍ਹੇ ਹੋਇਆ। ਚਲੋ ਅਜ਼ਾਨ ਹੁੰਦੀ ਪਈ ਹੈ ਤੇ ਅਸੀਂ ਤੁਹਾਡੇ ਕੋਲ ਪਹੁੰਚੇ ਸੀਗੇ। ਅਸੀਂ ਕਿਹਾ ਚਲੋ ਤੁਹਾਡੀ ਕੋ ਖਿਦਮਤ ਕਰਦੇ ਵੀ, ਅੱਲਾਹ ਪਾਕ ਬਿਹਤਰ ਕਰਨ ਵਾਲਾ। ਸਾਡੇ ਵਾਸਤੇ ਤੁਸੀਂ ਦੁਆ ਕਰਨੀ ਕਿ ਜਿਹੜੇ ਸਾਡੇ ਜਿਹੜੇ ਜਾਣਨ ਵਾਲੇ ਜਿਨ੍ਹਾਂ ਨੇ ਤੁਹਾਡੇ ਵਾਸਤੇ ਕੋਈ ਭੇਜਿਆ ਸਾਨੂੰ, ਉਹਨਾਂ ਨੇ ਕਿਹਾ ਕਿ ਤੁਸੀਂ ਬਾਬੇ ਹੋਰਾਂ ਦੇ ਕੋਲ ਜਾਓ ਤੇ ਇਹਨਾਂ ਨੂੰ ਕੋਈ ਇਹਨਾਂ ਦੀ ਕੋਈ ਖਿਦਮਤ ਕਰਕੇ ਆਓ। ਤੇ ਆਏ 2000 ਰੁਪਏ ਮੈਂ ਤੁਹਾਨੂੰ ਦਿੰਦਾ ਪਿਆ ਜੀ, ਠੀਕ ਹੈ? ਇਹਨਾਂ ਦਾ ਉਹ ਤੇਰਾ ਹੋਵੇ ਭਲਾ, ਇਹ ਤੁਸੀਂ ਦੁਆ ਕਰ ਦਿਓ। ਇਹ ਬੰਦੇ ਮੈਂ ਤੁਹਾਨੂੰ ਦੋ ਗੱਲਾਂ ਦੱਸਵਾ ਨਾ, ਉਸ ਦੇ ਵਿੱਚ ਤੁਹਾਨੂੰ ਪਤਾ ਨਹੀਂ ਉਹਨਾਂ ਦੇ ਫਾਇਦਾ ਢੇਰ ਹੈ ਨਾ। ਸਹੀ। ਇੱਕ ਤਾਂ ਬਾਬਾ ਕੋਨਾ ਜਿਹੜਾ ਹੈ ਦੁਨੀਆ ਤੋਂ ਜਦੋਂ ਪੜਦਾ ਪਾਇਆ ਸੂ, ਉਹ ਤੁਹਾਨੂੰ ਉਹ ਤੁਹਾਡੀ ਅਸੀਂ ਸੁਣ ਲਵਾਂਗੇ, ਲੇਕਿਨ ਫਿਲਹਾਲ ਹੁਣ ਤੁਸੀਂ ਸਾਡੇ ਵਾਸਤੇ ਦੁਆ ਕਰ ਦੇਣੀ ਹੈ। ਤੇ ਜਿਹੜੀਆਂ ਸਾਡੀ ਭੈਣਾਂ ਨੇ, ਸਾਡੇ ਭਰਾਵਾਂ ਨੇ ਇਹ ਖਿਦਮਤ ਤੁਹਾਡੀ ਕੀਤੀ ਹੈ, ਉਹਨਾਂ ਵਾਸਤੇ ਤੁਸੀਂ ਦੁਆ ਕਰ ਦਿਓ। ਬਾਕੀ ਅੱਲਾਹ ਪਾਕ ਬਿਹਤਰ ਕਰਨ ਵਾਲਾ, ਅੱਲਾਹ ਪਾਕ ਤੁਹਾਡਾ ਸਹਾਰਾ ਬਣਨ ਵਾਲਾ। ਇਨਸ਼ਾਅੱਲਾ ਅਸੀਂ ਜਿੰਨਾ ਕੁ ਕੋਸ਼ਿਸ਼ ਕੀਤੀ ਹੈ ਅਸੀਂ ਤੁਹਾਡੀ ਇਦਾਂ ਹੀ ਖਿਦਮਤ ਕਰਦੇ ਰਵਾਂਗੇ। ਤੇ ਮਤਲਬ ਤੁਸੀਂ ਇਹ ਘਰ ਦਾ ਮਹੀਨੇ ਦਾ ਮਤਲਬ ਕਿੰਨਾ ਕੁ ਖਰਚਾ ਹੋ ਜਾਂਦਾ ਹੈ ਇੱਕ ਮਹੀਨੇ ਦਾ? ਸਮੇਂ 2 ਮਣ ਆਟਾ ਸਾਨੂੰ ਲੱਭਣਾ ਚਾਹੀਦਾ। ਅੱਛਾ, ਦੁਆ 2 ਮਣਾਂ ਨਾਲ ਮਹੀਨਾ ਇਹਨੇ ਥੱਬਾ ਮਾਰੀਏ ਨਾ, ਉਹ ਨਹੀਂ ਜੋ ਲਿਖਿਆ ਦੇਣਾ ਉਹ ਹੋ ਜਾਏ। ਸਹੀ ਹੈ। ਉਹ ਲੱਭ ਜਾਵੇ। ਦੁਆ ਕੁੰਨੀ ਦਾ ਚਾੜੋਣੇ ਤਾਂ ਮੁੜ 500 ਤਾਂ ਦਿਹਾੜੀ ਦਾ ਲੱਗ ਹੀ ਜਾਂਦਾ। ਸਹੀ ਹੈ। ਇਹ ਖਰਚਾ ਐਡਾ ਲੰਮਾ ਕੋਈ ਨਹੀਂ। ਮਹੀਨੇ ਦਾ 5000 ਖਰਚਾ ਆ ਜਾਂਦਾ ਹੈ? 5000 ਖਰਚਾ ਆ ਜਾਂਦਾ ਮਹੀਨੇ ਦਾ? ਨਹੀਂ ਜ਼ਾਇਦ ਹੋ ਸੀ ਇਹ ਤਾਂ ਖਰਚਾ ਲਾਇਆ ਵੀ ਨਾ। ਅੱਛਾ ਹਾਂ 5000 ਤੋਂ ਢੇਰ ਹੋ ਸੀ।
ਚਲੋ ਅੱਲਾਹ ਪਾਕ ਬਿਹਤਰ ਕਰ ਸੀਗਾ ਜਨਾਬ। ਅਸੀਂ ਇੱਥੇ ਪਹੁੰਚੇ ਸੀ, ਜਿੰਨਾ ਕੁ ਹੋ ਸਕਿਆ ਫਿਲਹਾਲ ਅਸੀਂ ਇਹਨਾਂ ਦੀ ਖਿਦਮਤ ਕੀਤੀ ਆ। ਬਾਕੀ ਅੱਲਾਹ ਪਾਕ ਬਿਹਤਰ ਕਰਨ ਇਲਾਵਾ ਜੋ ਹੋ ਸਕੇ ਅਸੀਂ ਹੋਰ ਵੀ ਇਹਨਾਂ ਦੀ ਖਿਦਮਤ ਕਰਾਂਗੇ, ਲੇਕਿਨ ਫਿਲਹਾਲ ਅਸੀਂ ਜਿਹੜੀ ਖਿਦਮਤ ਕੀਤੀ ਹੈ ਖਿਦਮਤ ਕਰ ਦਿੱਤੀ ਹੈ। ਦੁਆ ਕਰ ਦਿਓ, ਅੱਲਾਹ ਪਾਕ ਬਿਹਤਰ